ਗੁੱਡ ਮੋਰਨਿੰਗ ਬੱਚਿਓ। ਅਸੀਂ ਪੜ੍ਹ ਰਹੇ ਹਾਂ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਲਿਖੀ ਹੋਈ ਸਵੈ ਜੀਵਨੀ ਗਲੀਏ ਚਿੱਕੜ ਦੂਰ ਕਰ। ਬੀਕੌਮ ਸਮੈਸਟਰ ਦੂਸਰੇ ਵਿੱਚ ਅਸੀਂ 7ਵਾਂ ਕਾਂਡ ਪੜ੍ਹਨਾ ਸ਼ੁਰੂ ਕੀਤਾ ਹੈ, ਇੱਕ ਰੰਗ ਹੋਣੀ ਦਾ। ਪਹਿਲੇ ਭਾਗ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਲੇਖਕ ਨੂੰ ਸਿਵਲ ਜੀਟੀ ਕੰਪਨੀ ਦੀ ਨੌਕਰੀ ਭਾਵੇਂ ਬਹੁਤ ਆਰਾਮ ਦੇ ਰਹੀ ਹੈ, ਪਰ ਉਹ ਹੁਣ ਇਸ ਨੌਕਰੀ ਨੂੰ ਕਰਨਾ ਨਹੀਂ ਚਾਹੁੰਦਾ। ਉਹ ਉੱਕ ਚੁੱਕਿਆ ਇਸ ਨੌਕਰੀ ਤੋਂ, ਪਰ ਉਹ ਇਸ ਤਰ੍ਹਾਂ ਨੌਕਰੀ ਛੱਡ ਕੇ ਵੀ ਨਹੀਂ ਜਾਣਾ ਚਾਹੁੰਦਾ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਉਹਦੇ ਭਰਾ ਅਤੇ ਭਰਜਾਈ ਉਹਨੂੰ ਗੈਰ ਜ਼ਿੰਮੇਵਾਰ ਸਮਝਣਗੇ। ਸੋ ਇਸ ਕਰਕੇ ਉਹ ਸਾਰੀ ਗੱਲ ਰੱਬ 'ਤੇ ਛੱਡ ਦਿੰਦਾ ਕਿ ਉਹੀ ਰੱਬ ਕੁਛ ਕਰੇਗਾ। ਅਤੇ ਉਹ ਸਾਨੂੰ ਇਹ ਵੀ ਦੱਸਦਾ ਹੈ ਕਿ ਪਹਿਲਾਂ ਜੋ ਇਸ ਕੰਪਨੀ ਦੇ ਵਿੱਚ ਮੇਜਰ ਕੰਮ ਕਰਦਾ ਉਹ ਕਾਫੀ ਚੰਗਾ ਹੈ, ਪਰ ਜੋ ਦੂਸਰਾ ਮੇਜਰ ਇਸ ਵੇਲੇ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਕਾਫੀ ਸ਼ੱਕੀ ਮਿਜ਼ਾਜ ਦਾ ਹੈ। ਸੋ ਉਹੀ ਗੱਲ ਹੁੰਦੀ ਹੈ, ਮੇਜਰ ਦੇ ਨਾਲ ਲੇਖਕ ਦੀ ਗੱਲਬਾਤ ਹੁੰਦੀ ਹੈ। ਲੇਖਕ ਨੂੰ ਮੇਜਰ ਸੂਹੀਆ ਬਣਨ ਦੇ ਲਈ ਕਹਿੰਦਾ ਤਾਂ ਜੋ ਕੰਪਨੀ ਦੇ ਵਿੱਚ ਕੋਈ ਵੀ ਹੇਰਾਫੇਰੀ ਹੁੰਦੀ ਹੈ ਉਸ ਦੀ ਸੂਹ ਲੇਖਕ ਮੇਜਰ ਨੂੰ ਸਮੇਂ-ਸਮੇਂ 'ਤੇ ਦਿੰਦਾ ਰਹੇ। ਅਤੇ ਜਦੋਂ ਇਹ ਕੰਮ ਲੇਖਕ ਨੂੰ ਮੇਜਰ ਦੇ ਦੁਆਰਾ ਦਿੱਤਾ ਜਾਂਦਾ ਹੈ ਤਾਂ ਮੇਜਰ ਕੀ ਕਹਿੰਦਾ, ਇਹ ਕਿਵੇਂ ਹੋ ਸਕਦਾ ਹੈ? ਕੰਪਨੀ ਵਿੱਚ ਸਭ ਲੋਕ ਕੀ ਕਰਦੇ ਨੇ, ਅਫਸਰਾਂ ਬਾਰੇ ਕੀ ਸੋਚਦੇ ਨੇ, ਕੀ ਹੇਰਾਫੇਰੀ ਹੁੰਦੀ ਏ ਅਤੇ ਕਿਵੇਂ ਕਰਦੇ ਨੇ? ਮੈਂ ਸੂਹੀਆ ਬਣ ਕੇ ਇਹ ਸਭ ਗੱਲਾਂ ਮੇਜਰ ਸਾਹਿਬ ਨੂੰ ਦੱਸਦਾ ਰਹਾਂ, ਲਾਹਨਤ ਹੈ ਮੇਰੇ 'ਤੇ। ਹੁਣ ਇਸ ਤੋਂ ਬਾਅਦ ਪੜ੍ਹਦੇ ਹਾਂ, ਲੇਖਕ ਨੂੰ ਇਹ ਕੰਮ ਪਸੰਦ ਨਹੀਂ ਹੈ, ਇਸ ਕੰਮ ਨੂੰ ਉਹ ਲਾਹਨਤ ਸਮਝਦਾ। ਕੀ ਕਹਿੰਦਾ, ਜੀ ਇਹ ਮੇਰੇ ਵੱਸ ਦੀ ਗੱਲ ਨਹੀਂ, ਤੈਨੂੰ ਬੜਾ ਫਾਇਦਾ ਰਹੇਗਾ। ਹੁਣ ਮੇਜਰ ਕੀ ਕਹਿੰਦਾ, ਜਦੋਂ ਲੇਖਕ ਜਵਾਬ ਦੇ ਦਿੰਦਾ, ਕਹਿੰਦਾ ਤੈਨੂੰ ਬੜਾ ਫਾਇਦਾ ਹੋਏਗਾ। ਮੇਜਰ ਨੇ ਮੈਨੂੰ ਵਰਗਲਾਉਣਾ ਚਾਹਿਆ, ਤੇਰਾ ਮਾਣ ਮਰਤਬਾ ਮੇਰੀ ਨਜ਼ਰ ਵਿੱਚ ਵਧੇਗਾ। ਨਹੀਂ, ਇਹ ਨਹੀਂ ਹੋ ਸਕਦਾ। ਮੈਨੂੰ ਆਪਣੇ ਆਪ ਤੋਂ ਨਫ਼ਰਤ ਜਿਹੀ ਹੋਣ ਲੱਗੀ, ਜਿਵੇਂ ਮੈਂ ਕੋਈ ਗਿੱਧ ਅਤੇ ਕਿਸੇ ਲੋਥ ਦਾ ਮਾਂਸ ਨੋਚਣ ਵਾਸਤੇ ਚੁੰਝ ਪਹੁੰਚੇ ਸੰਵਾਰ ਰਿਹਾ ਹੋਵਾਂ। ਇਸਨੇ ਮੈਨੂੰ ਇਤਨਾ ਘਟੀਆ ਸਮਝ ਲਿਆ, ਮੇਰੀ ਜ਼ਮੀਰ ਇਹ ਨਹੀਂ ਮੰਨ ਸਕਦੀ। ਤੁਸਾਂ ਮੈਨੂੰ ਗਲਤ ਸਮਝਿਆ। ਮੈਨੂੰ ਕੰਪਨੀ ਦੇ ਪੋਲੀਟਿਕਸ ਵਿੱਚ ਕੋਈ ਦਿਲਚਸਪੀ ਨਹੀਂ। ਇਹਨਾਂ ਗੱਲਾਂ ਬਾਰੇ ਮੈਨੂੰ ਕੁਝ ਵੀ ਤਾਂ ਪਤਾ ਨਹੀਂ। ਤੈਨੂੰ ਸਭ ਕੁਝ ਪਤਾ ਹੈ। ਉਹ ਫਿੱਟੇ ਹੋਏ ਰਿੱਛ ਵਾਂਗ ਭਬਕਿਆ। ਅਜੇ ਤੱਕ ਮੇਜਰ ਮੇਰੇ ਨਾਲ ਦੋਸਤਾਂ ਵਾਂਗ ਗੱਲਾਂ ਕਰ ਰਿਹਾ ਸੀ, ਹੁਣ ਉਸ ਅੱਖਾਂ ਬਦਲ ਲਈਆਂ ਅਤੇ ਅਸਲੀ ਰੰਗ ਵਿੱਚ ਆ ਗਿਆ। ਹੁਣ ਉਹ ਮੇਰਾ ਅਫਸਰ ਸੀ, ਮੈਂ ਉਹਦਾ ਮੁਲਾਜ਼ਮ। ਉਸ ਦਾ ਅਫਸਰੀ ਗਜ਼ਬ ਭੜਕ ਉੱਠਿਆ। ਬਿਫਰੇ ਹੋਏ ਭੇੜੀਏ ਵਾਂਗ ਮੈਂ ਇੱਕਦਮ ਤ੍ਰਭਕਿਆ, ਪਰ ਮੇਰੀ ਅਣਖ ਜਾਗ ਪਈ। ਮੈਂ ਉਤਨੀ ਹੀ ਉੱਚੀ ਆਵਾਜ਼ ਵਿੱਚ ਚਿਲਕ ਕੇ ਕਿਹਾ, ਮੈਂ ਕੰਪਨੀ ਦੇ ਅੰਦਰ ਦੀ ਕਿਸੇ ਗੱਲ ਬਾਰੇ ਕੁਝ ਨਹੀਂ ਜਾਣਦਾ। ਮੈਂ ਤਾਂ ਇੱਥੇ ਉੜਦੇ ਪੰਖੇਰੂ ਵਾਂਗ ਹਾਂ, ਜਿਸ ਨੇ ਪਲ ਦੀ ਪਲ ਦਾਣਾ ਚੁੱਕ ਕੇ ਉੱਡ ਜਾਣਾ ਹੁੰਦਾ। ਹੁਣ ਮੇਜਰ ਨੂੰ ਗੁੱਸਾ ਆਉਂਦਾ ਤਾਂ ਮੇਜਰ ਬੋਲਦਾ, ਪਰ ਲੇਖਕ ਅਣਖੀ ਹੈ, ਇਸ ਕਰਕੇ ਉਹ ਵੀ ਸੱਚੀ ਗੱਲ ਨੂੰ ਮੇਜਰ ਦੇ ਮੂੰਹ ਦੇ ਉੱਤੇ ਕਹਿ ਦਿੰਦਾ। ਸਾਰੀ ਕੰਪਨੀ ਦੇ ਲੋਕ ਜਿੱਥੇ ਕਿਧਰੇ ਵੀ ਕੋਈ ਸੀ, ਸਾਡੇ ਵੱਲ ਸਿੱਧੇ ਜਾਂ ਟੈਂਟਾਂ ਦੇ ਓਹਲੇ ਵਿੱਚੋਂ ਝਾਕ ਰਹੇ ਸਨ। ਆਹਿਸਤਾ ਬੋਲ, ਮੇਰੇ ਕੋਲ ਸਬੂਤ ਏ। ਉਸ ਦਾ ਲਹਿਜਾ ਰਤਾ ਨਰਮ ਹੋ ਗਿਆ। ਹਾਲੇ ਵੀ ਮੰਨ ਜਾ। ਤੈਨੂੰ ਹੁਣ ਉਹ ਰੁਕ ਜਾਂਦਾ। ਸਬੂਤ ਨਾ ਦਿਓ, ਮੈਂ ਅਣਖ ਨਾਲ ਕਿਹਾ। ਸਬੂਤ ਦੱਸਾਂ? ਅਤੇ ਉਸਨੇ ਆਪਣੀਆਂ ਜੇਬਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਉਹ ਮਦਾਰੀ ਜਿਹਾ ਲੱਗਾ ਜੋ ਝੋਲੇ ਵਿੱਚ ਝੁਰਲੂ ਫੇਰ ਕੇ ਪਤਾ ਨਹੀਂ ਕੀ ਕੱਢ ਲਿਆਵੇ, ਪਰ ਉਸਨੇ ਜੇਬ ਵਿੱਚੋਂ ਇੱਕ ਦੱਥਾ ਚਿੱਠੀਆਂ ਦਾ ਕੱਢਿਆ ਅਤੇ ਕਿਹਾ, ਇਹ ਲੈ ਵੇਖ ਸਬੂਤ। ਅਤੇ ਫਿਰ ਮੇਰੇ ਚਿਹਰੇ ਦੇ ਭਾਵ ਘੋਖਣ ਲੱਗਾ। ਇਹ ਚਿੱਠੀਆਂ ਤੂੰ ਲਿਖੀਆਂ ਨੇ ਕੰਪਨੀ ਦੇ ਬਰਖਿਲਾਫ ਉੱਪਰ ਅਫਸਰਾਂ ਨੂੰ। ਹੁਣ ਮੇਜਰ ਲੇਖਕ 'ਤੇ ਇਹ ਇਲਜ਼ਾਮ ਲਗਾ ਰਿਹਾ ਕਿ ਚਿੱਠੀਆਂ ਉੱਪਰ ਅਫਸਰਾਂ ਨੂੰ ਉਹਨੇ ਲਿਖੀਆਂ ਕੰਪਨੀ ਦੇ ਖਿਲਾਫ, ਕੰਪਨੀ ਦੇ ਵਿੱਚ ਹੋ ਰਹੇ ਕੰਮ ਬਾਰੇ। ਅੱਛਾ, ਤਾਂ ਵਿੱਚੋਂ ਇਹ ਗੱਲ ਸੀ। ਪਿਛਲੇ 20-25 ਦਿਨਾਂ ਤੋਂ ਕੰਪਨੀ ਵਿੱਚ ਚਰਚਾ ਚੱਲ ਰਹੀ ਸੀ ਕਿ ਕੰਪਨੀ ਅੰਦਰ ਜੋ ਹੇਰਾਫੇਰੀਆਂ ਹੋ ਰਹੀਆਂ ਨੇ ਉਹਨਾਂ ਬਾਰੇ ਕੋਈ ਸ਼ਖਸ ਉੱਪਰ ਵੱਡੇ ਅਫਸਰਾਂ ਨੂੰ ਚਿੱਠੀਆਂ ਲਿਖ ਰਿਹਾ ਹੈ। ਇਹ ਜਾਣਨ ਵਾਸਤੇ ਕਿ ਇਹ ਬੇਨਾਮ ਚਿੱਠੀਆਂ ਕੌਣ ਲਿਖ ਰਿਹਾ ਹੈ, ਮੇਜਰ ਨੇ ਕਈ ਅਡੰਬਰ ਰਚੇ ਸਨ। ਉਸਨੇ ਸਭ ਕਲਰਕਾਂ ਦੀ ਲਿਖਤ ਦੇ ਨਮੂਨੇ ਇਕੱਠੇ ਕਰਨ ਵਾਸਤੇ ਇੱਕ ਲਿਖਤੀ ਟੈਸਟ ਵੀ ਰੱਖਿਆ ਸੀ ਅਤੇ ਮੇਰੀ ਲਿਖਤ ਦੇ ਨਮੂਨੇ ਵੀ ਉਸ ਕੋਲ ਸਨ। ਮੈਂ ਇਹ ਚਿੱਠੀਆਂ ਕਿਉਂ ਲਿਖਣੀਆਂ ਸਨ? ਮੈਨੂੰ ਕਿਹੜੀ ਗਰਜ਼ ਸੀ? ਮੈਂ ਦਲੇਰੀ ਨਾਲ ਕਿਹਾ। ਨਾਲੇ ਇਹੋ ਜਿਹੀ ਕਮੀਨੀ ਹਰਕਤ ਮੈਂ ਨਹੀਂ ਕਰ ਸਕਦਾ। ਮੈਂ ਛੁਪ ਕੇ ਕਿਸੇ 'ਤੇ ਵਾਰ ਨਹੀਂ ਕੀਤਾ ਕਰਦਾ। ਪਰ ਤੁਹਾਨੂੰ ਮੇਰੇ 'ਤੇ ਸ਼ੱਕ ਕਿਵੇਂ ਪਿਆ? ਮੈਂ ਅੱਗੋਂ ਸਵਾਲ ਕੀਤਾ।
ਇਹ ਲਿਖਤ ਤੇਰੇ ਨਾਲ ਇਨ ਬਿਨ ਮਿਲਦੀ ਏ। ਅਫਸਰ ਨੇ 2-3 ਚਿੱਠੀਆਂ ਮੇਰੇ ਹੱਥ ਫੜਾ ਦਿੱਤੀਆਂ। ਲੈ ਖੁਦ ਪਛਾਣ ਲੈ। ਉਹ ਮੇਰੇ ਚਿਹਰੇ 'ਤੇ ਉਤਾਰ ਚੜਾਅ ਵੇਖਣ ਲੱਗਾ। ਮੈਂ ਉਹਨਾਂ ਚਿੱਠੀਆਂ ਨੂੰ ਗੌਰ ਨਾਲ ਵੇਖਿਆ। ਲਿਖਤ ਉਰਦੂ ਵਿੱਚ ਸੀ ਅਤੇ ਵਿੱਚ ਕਈ ਸ਼ਬਦ ਅੰਗਰੇਜ਼ੀ ਦੇ ਵੀ ਸਨ। ਅੰਗਰੇਜ਼ੀ ਦੀ ਲਿਖਤ ਇਨ ਬਿਨ ਮੇਰੀ ਲਿਖਾਈ ਨਾਲ ਮੇਲ ਖਾਂਦੀ ਸੀ। ਇੱਕ ਸ਼ਬਦ ਦੇ ਹਿੱਜੇ ਵੀ ਗਲਤ ਸਨ ਅਤੇ ਜੋ ਮੈਂ ਟੈਸਟ ਵਿੱਚ ਲਿਖੇ ਸਨ ਉਹ ਹੀ ਚਿੱਠੀ 'ਚ ਸਨ। ਸੋ ਹੁਣ ਕਿਸੇ ਸ਼ਬਦ ਦੇ ਸਪੈਲਿੰਗ ਵੀ ਗਲਤ ਹੈ ਅਤੇ ਉਹੀ ਜੋ ਉਹਨੇ ਟੈਸਟ ਰੱਖਿਆ ਸੀਗਾ ਮੇਜਰ ਨੇ ਉਹਦੇ ਵਿੱਚ ਲੇਖਕ ਦੇ ਗਲਤ ਹੁੰਦੇ ਆ। ਸੋ ਇਸ ਤਰ੍ਹਾਂ ਮੇਜਰ ਦਾ ਸ਼ੱਕ ਲੇਖਕ 'ਤੇ ਆਉਂਦਾ। ਉਸ ਅੰਗਰੇਜ਼ੀ ਦੀ ਲਿਖਤ ਨੂੰ ਵੇਖ ਕੇ ਮੈਂ ਖੁਦ ਵੀ ਇਨਕਾਰ ਨਹੀਂ ਸੀ ਕਰ ਸਕਦਾ ਕਿ ਉਹ ਮੇਰੀ ਲਿਖਤ ਨਹੀਂ। ਮੇਰੀ ਹੈਰਾਨੀ ਮੁਸਕਰਾਹਟ ਵਿੱਚ ਬਦਲ ਗਈ। ਅੰਗਰੇਜ਼ੀ ਦੀ ਲਿਖਤ ਵੇਖ ਕੇ ਮੈਂ ਖੁਦ ਵੀ ਇਨਕਾਰ ਨਹੀਂ ਕਰ ਸਕਦਾ ਕਿ ਇਹ ਮੇਰੀ ਨਹੀਂ, ਪਰ ਇਹ ਚਿੱਠੀਆਂ ਮੈਂ ਨਹੀਂ ਲਿਖੀਆਂ। ਹੁਣ ਇੱਕ ਵਾਰ ਫਿਰ ਲੇਖਕ ਇਨਕਾਰ ਕਰਦਾ ਹੈ ਕਿ ਉਹਨੇ ਉਹ ਚਿੱਠੀਆਂ ਨਹੀਂ ਲਿਖੀਆਂ। ਫਿਰ ਮੈਨੂੰ ਗੱਲ ਸੁੱਝੀ। ਅੰਗਰੇਜ਼ੀ ਦੇ ਸਾਰੇ 5-6 ਸ਼ਬਦ ਨੇ, ਬਾਕੀ ਚਿੱਠੀ ਤਾਂ ਉਰਦੂ ਵਿੱਚ ਹੈ। ਉਰਦੂ ਦੀ ਲਿਖਾਈ ਦਾ ਇੱਕ ਵੀ ਸ਼ਬਦ ਮੇਰੇ ਨਾਲ ਰਤਾ ਭਰ ਵੀ ਨਹੀਂ ਮਿਲਦਾ। ਤੁਹਾਡੇ ਕੋਲ ਨਮੂਨੇ ਪਿਆ, ਮਿਲਾ ਲਓ। ਹਾਂ, ਉਰਦੂ ਦੀ ਲਿਖਤ ਉੱਕਾ ਨਹੀਂ ਮਿਲਦੀ, ਇਸੇ ਲਈ ਤਾਂ ਮੈਂ ਦੁਚਿੱਤੀ ਵਿੱਚ ਹਾਂ। ਹੁਣ ਮੇਜਰ ਵੀ ਦੁਚਿੱਤੀ ਵਿੱਚ ਹੈ ਕਿ ਵਾਕਈ ਇਹਨੇ ਹੀ ਚਿੱਠੀਆਂ ਲਿਖੀਆਂ ਜਾਂ ਨਹੀਂ ਲਿਖੀਆਂ। ਫਿਰ ਉਸ ਤਿਰਛੀ ਨਜ਼ਰ ਨਾਲ ਮੇਰੇ ਵੱਲ ਵੇਖਦੇ ਹੋਏ ਕਿਹਾ, ਮੈਂ ਆਪਣੇ ਇੱਕ ਆਦਮੀ ਨੂੰ ਤੇਰੇ ਕੋਲ ਉਰਦੂ ਵਿੱਚ ਚਿੱਠੀ ਲਿਖਵਾਉਣ ਵਾਸਤੇ ਭੇਜਿਆ ਸੀ, ਪਰ ਤੂੰ ਮੇਰੀ ਚਾਲ ਨੂੰ ਸਮਝ ਗਿਆ ਸੈਂ। ਤੂੰ ਉਹਨੂੰ ਚਿੱਠੀ ਲਿਖ ਕੇ ਹੀ ਨਹੀਂ ਦਿੱਤੀ। ਝੂਠ ਮੇਰੇ ਮੂੰਹੋਂ ਇੱਕਦਮ ਨਿਕਲ ਗਿਆ। ਹਾਂ, ਇੱਕ ਕਲੀਨਰ ਉਰਦੂ ਵਿੱਚ ਚਿੱਠੀ ਲਿਖਵਾਉਣ ਵਾਸਤੇ ਮੇਰੇ ਕੋਲ ਆਇਆ ਤਾਂ ਸੀ, ਪਰ ਮੈਨੂੰ ਉਰਦੂ ਵਿੱਚ ਲਿਖਣ ਦਾ ਬਹੁਤਾ ਅਭਿਆਸ ਨਹੀਂ। ਇਸ ਵਾਸਤੇ ਮੈਂ ਚੁੱਪ ਰਿਹਾ, ਨਾ ਹਾਂ ਕੀਤੀ ਅਤੇ ਨਾ ਹੀ ਨਾ। ਨਹੀਂ, ਤੂੰ ਜਾਣ ਬੁੱਝ ਕੇ ਟਾਲਿਆ। ਮੇਜਰ ਦਾ ਚਿਹਰਾ ਭਖ ਪਿਆ ਸੀ। ਜੇ ਇਹ ਚਿੱਠੀਆਂ ਮੈਂ ਲਿਖੀਆਂ ਹੁੰਦੀਆਂ ਤਾਂ ਤੁਸੀਂ ਮੇਰਾ ਕੀ ਕਰ ਲੈਣਾ ਸੀ? ਮੈਂ ਖਿਝ ਕੇ ਰੋਹ ਵਿੱਚ ਪੁੱਛਿਆ। ਮੈਨੂੰ ਜਾਣਨ ਦੀ ਲੋੜ ਵੀ ਕੀ ਏ? ਮੈਂ ਮੇਜਰ ਸਾਹਿਬ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਕਿਹਾ, ਮੈਂ ਆਪਣਾ ਅਸਤੀਫਾ ਹੁਣੇ ਲਿਖ ਦਿੰਦਾ ਬਸ। ਫਿਰ ਇੱਕ ਪਲ ਰੁਕ ਕੇ ਕਿਹਾ, ਤੁਸੀਂ ਵੀ ਮੇਰਾ ਇਹੋ ਹਸ਼ਰ ਕਰਨਾ ਸੀ ਨਾ, ਪਰ ਇੱਕ ਗੱਲ ਪੱਲੇ ਬੰਨ੍ਹ ਲਓ, ਇਹ ਚਿੱਠੀਆਂ ਮੈਂ ਨਹੀਂ ਜੇ ਲਿਖੀਆਂ। ਮੈਂ ਲਿਖ ਹੀ ਨਹੀਂ ਸਕਦਾ। ਇਹ ਕਿਸੇ ਕਮੀਨੇ ਬੰਦੇ ਦੀ ਹਰਕਤ ਹੈ, ਕਿਸੇ ਮਕਾਰ ਤੇ ਗਿਰੇ ਹੋਏ ਸ਼ਖਸ ਦੀ। ਕੀ ਤੁਸੀਂ ਮੈਨੂੰ ਇਤਨਾ ਮਕਾਰ ਤੇ ਡਿੱਗਿਆ ਹੋਇਆ ਸਮਝਿਆ? ਮੇਜਰ ਹੱਕਾ ਬੱਕਾ ਹੋ ਕੇ ਮੇਰੇ ਵੱਲ ਵੇਖਣ ਲੱਗਾ। ਉਸਨੂੰ ਲੱਗਾ ਕਿ ਮੇਰੇ ਵਿੱਚ ਅਣਖ ਹੈ ਅਤੇ ਅਣਖੀਲਾ ਆਦਮੀ ਇਸ ਤਰ੍ਹਾਂ ਦੀਆਂ ਬੁਜ਼ਦਿਲਾਂ ਵਾਲੀਆਂ ਹਰਕਤਾਂ ਨਹੀਂ ਕਰਦਾ। ਉਹ ਦੁਚਿੱਤੀ ਵਿੱਚ ਪੈ ਗਿਆ। ਜਿਹੜੀ ਵੱਡੀ ਤੋਂ ਵੱਡੀ ਸਜ਼ਾ ਮੈਂ ਦੇ ਸਕਦਾ ਸੀ ਉਹ ਤਾਂ ਇਸਨੇ ਖੁਦ ਵਿਹਾਜ ਲਈ ਹੈ। ਇਸ ਬੰਦੇ ਦਾ ਕੋਈ ਆਪਣਾ ਸੱਚ ਜ਼ਰੂਰ ਹੈ। ਤੂੰ ਅਸਤੀਫਾ ਲਿਖ ਦੇ। ਮੇਜਰ ਉਦਾਸ ਤੇ ਗੰਭੀਰ ਹੋ ਗਿਆ। ਹੁਣ ਖਾਣੇ ਦਾ ਵਕਤ ਏ, ਖਾਣਾ ਖਾ ਕੇ ਮੇਰੇ ਕੋਲ ਦਫ਼ਤਰ ਆ ਜਾਈਂ। ਅੱਛਾ ਜੀ, ਕਹਿ ਕੇ ਮੈਂ ਖਾਣਾ ਖਾਣ ਵਾਸਤੇ ਲੰਗਰ ਵੱਲ ਤੁਰ ਪਿਆ। ਸਾਰੀ ਗੱਲ ਨੂੰ ਘੰਟੇ ਤੋਂ ਉੱਪਰ ਦਾ ਸਮਾਂ ਲੱਗਾ ਸੀ। ਹਰ ਨਿਗਾਹ ਇੱਧਰ ਸੀ। ਸਭ ਲੋਕ ਹੈਰਾਨ ਸਨ ਕਿ ਮੇਰੇ ਅਤੇ ਮੇਜਰ ਵਿਚਕਾਰ ਕੀ ਗੱਲਾਂ ਹੋ ਰਹੀਆਂ ਨੇ। ਮੇਰੇ ਦੋਸਤ ਸਵਰਨ ਸਿੰਘ ਵੀ ਮੈਨੂੰ ਉਡੀਕ ਰਿਹਾ ਸੀ। ਉਹ ਸਭ ਗੱਲ ਜਾਣਨ ਦੇ ਲਈ ਉਤਾਵਲੇ ਸਨ। ਕੀ ਗੱਲ ਏ, ਐਡੀ ਲੰਬੀ ਮੁਲਾਕਾਤ? ਸਵਰਨ ਨੇ ਪੁੱਛਿਆ। ਮੇਰੀ ਛੁੱਟੀ, ਮੈਂ ਅਸਤੀਫਾ ਦੇ ਰਿਹਾ। ਮੈਂ ਸਾਰੀ ਗੱਲ ਦੱਸਦਿਆਂ ਕਿਹਾ। ਉਹ ਚਿੱਠੀਆਂ ਪਹਿਲਾਂ ਤੋਂ ਹੀ ਕਲਰਕਾਂ ਵਿੱਚ ਚਰਚਾ ਬਣੀਆਂ ਹੋਈਆਂ ਸਨ। ਫਿਰ ਉਹ ਤੁਸਾਂ ਹੀ ਲਿਖੀਆਂ ਹੋਣੀਆਂ ਨੇ, ਐਵੇਂ ਥੋੜ੍ਹਾ ਤੁਹਾਡਾ ਨਾਂ ਲੱਗਿਆ। ਸਵਰਨ ਸਿੰਘ ਭੜਕ ਕੇ ਕਹਿਣ ਲੱਗਾ। ਮੇਰਾ ਨਾਂ ਕਿਉਂ ਨਹੀਂ ਲੱਗਾ? ਮੈਂ ਆਪਣੇ ਛੋਟੇ ਭਰਾ ਦੇ ਸਾਹਮਣੇ ਗੈਰ ਜ਼ਿੰਮੇਵਾਰ ਤੇ ਕਮੀਨਾ ਨਹੀਂ ਸੀ ਬਣਨਾ ਚਾਹੁੰਦਾ। ਮੈਂ ਬਾਊ ਜੀ ਦੀ ਸਹੁੰ ਚੁੱਕ ਕੇ ਉਹਨੂੰ ਯਕੀਨ ਦਿਵਾਇਆ। ਉਸਨੂੰ ਮੇਰੇ ਸੱਚੇ ਹੋਣ ਦਾ ਵਿਸ਼ਵਾਸ ਹੋ ਗਿਆ। ਕਹਿਣ ਲੱਗਾ, ਕੋਈ ਡਰ ਨਹੀਂ, ਕੁਦਰਤ ਨੂੰ ਇਹੋ ਮਨਜ਼ੂਰ ਹੋਣਾ। ਅਸੀਂ ਇੱਥੇ ਕਿਤਨਾ ਚਿਰ ਹੋਰ ਬੈਠੇ ਰਹਿਣਾ? ਇਹ ਨੌਕਰੀ ਤਾਂ ਅਸੀਂ ਵਕਤ ਟਪਾਉਣ ਲਈ ਕਰ ਰਹੇ ਹਾਂ। ਮੈਂ ਖਾਣਾ ਖਾ ਕੇ ਅਸਤੀਫਾ ਲਿਖਿਆ ਅਤੇ ਮੇਜਰ ਸਾਹਿਬ ਕੋਲ ਗਿਆ। ਮੇਜਰ ਕੁਰਸੀ 'ਤੇ ਗੰਭੀਰ ਬੈਠਾ ਮੈਨੂੰ ਉਡੀਕ ਰਿਹਾ ਸੀ। ਵੇਖ ਕੇ ਮੁਸਕਰਾ ਪਿਆ। ਉਹ ਇੱਕ ਪਲ ਮੇਰੇ ਵੱਲ ਵੇਖਦਾ ਰਿਹਾ। ਮੇਰੇ ਚਿਹਰੇ ਉੱਤੇ ਉੱਭਰਦੀ ਹਰ ਲਕੀਰ ਨੂੰ ਘੋਖਦਾ ਰਿਹਾ। ਉਸ ਦੀਆਂ ਨਜ਼ਰਾਂ ਮੇਰੇ ਜਿਸਮ ਦੇ ਅੰਦਰ ਧਸੀਆਂ ਹੋਈਆਂ ਸਨ। ਉਹ ਮੇਰੇ ਧੁਰ ਅੰਦਰ ਛੁਪੇ ਰੂਹ ਦੇ ਸੱਚ ਨੂੰ ਪਛਾਣਨ ਦੇ ਯਤਨ ਵਿੱਚ ਸੀ। ਮੈਂ ਅਸਤੀਫਾ ਪਕੜਾਉਣ ਲੱਗਿਆ। ਮੇਜਰ ਦੀਆਂ ਅੱਖਾਂ ਵਿੱਚ ਝਾਕਦਾ ਹੋਇਆ ਮੁਸਕਰਾਇਆ। ਮੇਜਰ ਨੂੰ ਲੱਗਾ ਸੱਚ ਮੇਰੇ ਪੱਲੇ ਨਾਲ ਬੱਝਿਆ ਹੋਇਆ ਸੀ। ਉਹ ਘਬਰਾ ਕੇ ਕਹਿਣ ਲੱਗਾ, ਠਹਿਰ,
ਫਿਰ ਕੁਝ ਕਹਿੰਦਾ ਕਹਿੰਦਾ ਰੁਕ ਗਿਆ। ਅੱਛਾ, ਤੂੰ 4 ਵਜੇ ਮੇਰੇ ਬੰਗਲੇ 'ਤੇ ਆਈ। ਕੰਪਨੀ ਵਿੱਚ ਇੱਕ ਦਹਿਸ਼ਤ ਜਿਹੀ ਫੈਲ ਗਈ ਸੀ। ਮੇਜਰ ਆਪਣਾ ਰੋਹਬ ਕਾਇਮ ਕਰਨ ਲਈ ਇਹੋ ਕੁਝ ਤਾਂ ਚਾਹੁੰਦਾ ਸੀ। ਗੱਲ ਪਲਾਂ ਛਿਨਾਂ ਵਿੱਚ ਧੂੰਏਂ ਵਾਂਗ ਫੈਲ ਗਈ ਸੀ। ਹਰ ਕੋਈ ਸਹਿਮਿਆ ਮੇਰੇ ਵੱਲ ਵੇਖ ਰਿਹਾ ਸੀ। ਸਭਨਾਂ ਨੂੰ ਯਕੀਨ ਸੀ ਕਿ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ। 4 ਕੁ ਵਜੇ ਮੈਂ ਮੇਜਰ ਸਾਹਿਬ ਦੇ ਬੰਗਲੇ 'ਤੇ ਗਿਆ। ਅਸੀਂ ਆਮੋ ਸਾਹਮਣੇ ਚੁੱਪਚਾਪ ਬੈਠ ਗਏ। ਕਰਨ ਵਾਲੀ ਗੱਲ ਤਾਂ ਕੋਈ ਨਹੀਂ ਸੀ ਰਹੀ। ਮੇਜਰ ਦੀਆਂ ਨਜ਼ਰਾਂ ਮੇਰੇ 'ਤੇ ਵਿਛੀਆਂ ਹੋਈਆਂ ਸਨ। ਉਸਨੇ ਅਰਦਲੀ ਨੂੰ 2 ਗਲਾਸ ਸ਼ਰਬਤ ਲਿਆਉਣ ਲਈ ਕਿਹਾ। ਸ਼ਰਬਤ ਆਇਆ। ਮੈਂ ਸਾਰਾ ਗਟਾਗਟ ਪੀ ਗਿਆ, ਪਰ ਮੇਜਰ ਨੇ ਅੱਧਾ ਕੁ ਪੀ ਕੇ ਗਲਾਸ ਰੱਖ ਦਿੱਤਾ। ਇਸ ਵੇਲੇ ਉਹ ਅਫਸਰ ਨਹੀਂ ਸੀ ਲੱਗਦਾ। ਉਸਦੀ ਸਾਰੀ ਫੂਫਾਂ ਜਿਵੇਂ ਖੁਰ ਕੇ ਮਿੱਟੀ ਵਿੱਚ ਰਲ ਗਈ ਹੋਵੇ। ਫਿਰ ਮੇਜਰ ਹੱਸ ਕੇ ਕਹਿਣ ਲੱਗਾ, ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਸੱਚ ਝੂਠ ਨਹੀਂ ਨਿਤਾਰ ਸਕਿਆ। ਮੈਂ ਤਾਂ ਹਮੇਸ਼ਾ ਦੂਜੇ ਦੀਆਂ ਅੱਖਾਂ ਵਿੱਚ ਝਾਕ ਕੇ ਗੱਲ ਜਾਣ ਲੈਂਦਾ ਰਿਹਾ ਹਾਂ। ਮੇਰਾ ਸੱਚ ਕਾਇਮ ਹੈ, ਪਰ ਕੁਝ ਧੁੰਦਲਾ ਪੈ ਗਿਆ। ਮੈਂ ਤੇਰੇ ਸੱਚ ਦਾ ਵੀ ਲਿਹਾਜ਼ ਕਰਦਿਆਂ ਉਸ ਦੀ ਵੀ ਲਾਜ ਰੱਖੀ ਏ। ਫਿਰ ਉਹ ਕੁਝ ਚਿਰ ਲਈ ਰੁਕ ਗਿਆ। ਮੈਂ ਤੇਰੇ ਸੱਚ ਦਾ ਲਿਹਾਜ਼ ਪਾਲਦਿਆਂ ਤੈਨੂੰ ਇੱਜ਼ਤ ਆਬਰੂ ਨਾਲ ਵਿਦਾ ਕਰਨਾ ਚਾਹੁੰਦਾ ਹਾਂ। ਤੇਰੀਆਂ 6 ਛੁੱਟੀਆਂ ਬਣਦੀਆਂ ਨੇ, ਉਹਨਾਂ ਦੀ ਵੀ ਤੈਨੂੰ ਤਨਖਾਹ ਮਿਲੇਗੀ। ਤੇਰਾ ਅਸਤੀਫਾ ਅੱਜ ਤੋਂ 6 ਦਿਨ ਬਾਅਦ ਦਾ ਮਨਜ਼ੂਰ ਕਰ ਰਿਹਾ। ਫਿਰ ਉਹ ਮੁਸਕਰਾ ਪਿਆ। ਇੱਕ ਗੱਲ ਹੋਰ ਆਖਾਂ, ਜਾਂ ਤਾਂ ਤੂੰ ਬਹੁਤ ਜ਼ਿਆਦਾ ਚਲਾਕ ਏ, ਜਾਂ ਫਿਰ ਬਹੁਤ ਹੀ ਸਿੱਧਾ ਸਾਦਾ ਅਤੇ ਮਾਸੂਮ। ਹੁਣ ਤਾਂ ਗੱਲ ਮੁੱਕ ਗਈ ਏ, ਮੈਂ ਮੁਸਕਰਾਉਂਦੇ ਹੋਏ ਕਿਹਾ। ਸੱਚ ਜਾਣਨਾ, ਇਹ ਚਿੱਠੀਆਂ ਮੈਂ ਨਹੀਂ ਲਿਖੀਆਂ। ਅੱਛਾ ਠੀਕ ਏ, ਕਹਿੰਦਾ ਉਹ ਉੱਠ ਖਲੋਤਾ ਤੇ ਹੱਥ ਮਿਲਾ ਕੇ ਮੈਨੂੰ ਵਿਦਾ ਕੀਤਾ। ਉਸੇ ਸ਼ਾਮ ਮੈਨੂੰ ਦਫ਼ਤਰ ਵੱਲੋਂ ਸ਼ਾਨਦਾਰ ਵਿਦਾਈ ਪਾਰਟੀ ਦਿੱਤੀ ਗਈ। ਇਸ ਤਰ੍ਹਾਂ ਦੀ ਪਾਰਟੀ ਪਹਿਲੀ ਵਾਰ ਹੋਈ। ਕੰਪਨੀ ਦੀ ਗੱਡੀ ਮੈਨੂੰ ਸਟੇਸ਼ਨ 'ਤੇ ਛੱਡ ਗਈ। ਦਿੱਲੀ ਪਹੁੰਚ ਕੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਮੈਂ ਇੱਕ ਅਜਿਹੀ ਧੁੱਪ ਵਿੱਚੋਂ ਨਿਕਲ ਆਇਆ ਸਾਂ ਜਿਸ ਵਿੱਚ ਨਿੱਘ ਕੋਈ ਨਹੀਂ ਸੀ। ਮਹੀਨਾ ਕੁ ਲੰਘਿਆ, ਸਵਰਨ ਸਿੰਘ ਦੀ ਚਿੱਠੀ ਆਈ। ਲਿਖਿਆ ਸੀ, ਉਹ ਸਭ ਚਿੱਠੀਆਂ ਕੰਪਨੀ ਦੇ ਅਫਸਰਾਂ ਵਿਰੁੱਧ ਸੋਹਣ ਸਿੰਘ ਡਰਾਈਵਰ ਨੇ ਲਿਖੀਆਂ ਸਨ। ਸੋਹਣ ਸਿੰਘ ਮੇਰੇ ਹੀ ਸੈਕਸ਼ਨ ਵਿੱਚ ਕੰਮ ਕਰਦਾ ਸੀ ਤੇ ਮੇਰੇ ਤੋਂ ਕੁਝ ਮਹੀਨੇ ਪਹਿਲਾਂ ਨੌਕਰੀ ਛੱਡ ਕੇ ਕਿਸੇ ਹੋਰ ਕੰਮ ਤੇ ਲੱਗ ਗਿਆ ਸੀ। ਉਸਦੀ ਕੰਪਨੀ ਦੇ ਇੱਕ ਅਫਸਰ ਨਾਲ ਝੜਪ ਹੋ ਗਈ ਸੀ ਤੇ ਕੰਪਨੀ ਬਾਰੇ ਜੋ ਗੱਲਾਂ ਉਸਨੇ ਸੁਣੀਆਂ ਵੇਖੀਆਂ ਸਨ, ਉੱਪਰਲੇ ਅਫਸਰਾਂ ਨੂੰ ਲਿਖ ਦਿੱਤੀਆਂ ਸਨ। ਸੋਹਣ ਸਿੰਘ ਪਠਾਨਕੋਟ ਵਿੱਚ ਹੀ ਰਹਿੰਦਾ ਸੀ ਤੇ ਕਦੇ-ਕਦੇ ਯਾਰਾਂ ਦੋਸਤਾਂ ਨੂੰ ਮਿਲਣ ਕੰਪਨੀ ਵਿੱਚ ਆਇਆ ਕਰਦਾ। ਉਸਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਚਿੱਠੀਆਂ ਦਾ ਇਲਜ਼ਾਮ ਮੇਰੇ ਸਿਰ ਥੱਪਿਆ ਗਿਆ, ਤਾਂ ਉਸਨੇ ਯਾਰਾਂ ਦੋਸਤਾਂ ਦੀ ਪ੍ਰੇਰਨਾ ਤੇ ਮੇਜਰ ਸਾਹਿਬ ਦੇ ਪੇਸ਼ ਹੋ ਕੇ ਅਸਲੀ ਗੱਲ ਦੱਸ ਦਿੱਤੀ। ਮੇਜਰ ਉਸਦਾ ਕੁਝ ਨਹੀਂ ਸੀ ਵਿਗਾੜ ਸਕਦਾ। ਮੇਜਰ ਸਾਹਿਬ ਦੇ ਦਿਲ ਨੂੰ ਬੜਾ ਧੱਕਾ ਲੱਗਾ। ਉਹਨਾਂ ਨੇ ਮੈਨੂੰ ਕੰਪਨੀ ਵਿੱਚ ਪਰਤ ਕੇ ਆ ਜਾਣ ਲਈ ਸੁਨੇਹਾ ਭੇਜਿਆ, ਪਰ ਹੁਣ ਤਾਂ ਪੰਛੀ ਚੋਗਾ ਚੁੱਕ ਕੇ ਉੱਡ ਚੁੱਕਾ ਸੀ। ਪਿੱਛੇ ਪਰਤਣਾ ਤਾਂ ਵਰਤਮਾਨ ਨੂੰ ਭੂਤਕਾਲ ਦੇ ਹਵਾਲੇ ਕਰਨਾ ਸੀ। ਇਹ ਗੱਲ 1949 ਦੀ ਹੈ। ਸੋ ਇਸ ਤਰ੍ਹਾਂ ਲੇਖਕ ਜੋ ਚਾਹੁੰਦਾ ਸੀ, ਰੱਬ ਨੇ ਉਹਦੀ ਸੁਣ ਲਈ ਤੇ ਉਹ ਸਹੀ ਤਰੀਕੇ ਦੇ ਨਾਲ ਹੀ ਉਸ ਕੰਪਨੀ ਦੇ ਵਿੱਚੋਂ ਨਿਕਲ ਆਉਂਦਾ। ਭਾਵੇਂ ਮੇਜਰ ਨੂੰ ਪਛਤਾਵਾ ਹੁੰਦਾ ਤੇ ਉਹ ਵਾਪਸ ਉਹਨੂੰ ਨੌਕਰੀ 'ਤੇ ਬੁਲਾਉਂਦਾ, ਪਰ ਹੁਣ ਜਿਹੜਾ ਬੰਦਾ ਖੁਦ ਹੀ ਉਸ ਨੌਕਰੀ ਦੇ ਵਿੱਚੋਂ ਨਿਕਲ ਕੇ ਜਾਣਾ ਚਾਹੁੰਦਾ ਹੋਵੇ, ਉਹ ਵਾਪਸ ਤਾਂ ਨਹੀਂ ਜਾਏਗਾ। ਸੋ ਅੱਗੇ ਪੜ੍ਹਾਂਗੇ ਅਗਲੇ ਕਾਂਡ ਵਿੱਚ।